सतनाम श्री वाहिगुरु साहब जी। सतनाम श्री वाहिगुरु साहब जी। फलगण आनंद अपार जना हर सज्जन प्रगट आए। फलगण आनंद अपार जना हर सज्जन प्रगट आए। संत सहाई राम के कर कृपा दिया मिलाए। संत सहाई राम के कर कृपा दिया मिलाए। सेज सुहावी सर्ब सुख हुण दुखा नहीं जाए। इच पुनी वड पागणी वर पाया हर राए। मिल सैया मंगल गावई गीत गोविंद लाए। हर जेहावर ना दिसई कोई दूजा लवे न लाए। हलत पलत सवारियुन ने चल दितियां न जाए। संसार सागर ते रखियन बोड़ न जन्म ताए। जेवा एक अनेक गुण करे नानक चरनी पाए। फलगुण नित सलाये जिसनो तिल ना तुमाए। फलगुण नित सलाये जिसनो तिल ना तुमाए। ये फगण का महीना संग्रांद फरवरी 13। फलगण आनंद अपार जना हर सज्जन प्रगट आए। साहब फरमाउंदे हन कि हे मालिक तेरे नाम तो बिना तेरी कृपा तो बिना मनुख दा जीवन इस तरह का है जिमें पानी ना मिले तो कीमती तो कीमती फसल भी मुरझा जाती है। उस फसल तो कोई आस नहीं। ना अनाज की प्राप्ति हो सकती है। सतगुरु ने फिर पूछा कि ऐ जिग्यासु तेरी इच्छा की है। सब तो पहला उसने ये इच्छा की थी कि मालिक दुनिया दी सुख सहूलतां सब कुछ मेरे कोल हन पर अंदर दी शांति अंदर दा टिका मेरे कोल नहीं। धन श्री गुरु अर्जन साहब जी कहते हैं कि वह अंदर दा आनंद मिलता है केवल गोबिंद नूं आराधन दे नाल। जे तू गोबिंद नूं आराधेगा तो तेरे अंदर बहुत आनंद पैदा हो जाएगा। फिर जिग्यासू ने पूछा महाराज इस गोबिंद नूं आराधीए किवें। हजूर कहते हैं कि गुरमुखां दी संत जनां दी संगत करी रसना दे नाल उस मालिक दा नाम दा उचारण करी ते आनंद दी प्राप्ति जरूर होवेगी। धन श्री गुरु अर्जन साहब ने कृपा की कि जिहड़ी मंग चेत विच जिग्यासू मंगदा सी विसाख विच तले लै रहा सी, जेठ विच तपदा पिया सी,
ਅਸਾੜ ਅੰਦਰ ਨੂੰ ਟਿਕਣ ਨਹੀਂ ਦਿੰਦਾ ਸੀ, ਉਸ ਨੂੰ ਸਾਵਣ ਵਿੱਚ ਨਿੰਮੀ ਨਿੰਮੀ ਬਰਸਾਤ ਨੇ ਟਿਕਾ ਦਿੱਤਾ। ਭਾਦਰੋਂ ਵਿੱਚ ਫਿਰ ਭਰਮ ਪੈ ਗਿਆ। ਅੱਸੂ ਦੀ ਰੁੱਤ ਆਈ ਤੇ ਅੰਦਰ ਪ੍ਰੇਮ ਨੇ ਇਛਾਲਾ ਖਾਧਾ। ਕੱਤਕ ਵਿੱਚ ਬੇਨਤੀ ਕੀਤੀ ਕਿ ਮਾਲਕ, ਮੈਂ ਆਪਣੇ ਕਰਮਾਂ ਕਰਕੇ ਵਿਛੜਿਆ ਹਾਂ, ਆਪਣੇ ਨਾਲ ਬੁਲਾ ਲਓ। ਮੱਗਰ ਵਿੱਚ ਜੁੜਿਆ ਹੋਇਆ ਤੱਕ ਕੇ ਅੰਦਰ ਚਾਉ ਪੈਦਾ ਹੋਇਆ। ਉਹ ਵਿੱਚ ਸਾਹਿਬ ਨੇ ਕਿਹਾ ਕਿ ਨਾਮ ਜਪ ਤੇ ਮਾਘ ਦੇ ਵਿੱਚ ਅੰਦਰ ਦੀ ਸੁਚਮਤਾ ਦੀ ਗੱਲ ਕੀਤੀ। ਤੇ ਜਦੋਂ ਇਹਨਾਂ ਸਫ਼ਰ ਤੈਅ ਕਰਕੇ ਫੱਗਣ ਦਾ ਮਹੀਨਾ ਆਇਆ ਤੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਫਲਗਣ ਆਨੰਦ ਅਪਾਰ ਜਨਾ, ਹਰ ਸੱਜਣ ਪ੍ਰਗਟ ਆਏ। ਮਹਾਰਾਜ ਕਹਿਣ ਲੱਗੇ ਕਿ ਅੱਜ ਉਹ ਅਪਾਰ ਜਨਾਂ ਦਾ ਅਰਥ ਪੈਦਾ ਹੋਇਆ ਹੈ। ਸਿਆਲ ਦੀ ਰੁੱਤ ਦੀ ਕੜੀ ਸਰਦੀ ਪਿੱਛੋਂ ਬਾਹਰ ਫਿਰਨ ਤੇ ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੇ ਰਾਹੀਂ ਖੁਸ਼ੀਆਂ ਮਨਾਉਂਦੇ ਨੇ, ਪਰ ਫੱਗਣ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪ੍ਰਤੱਖਾ ਵਸਦਾ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰਕੇ ਉਹਨਾਂ ਨੂੰ ਪ੍ਰਭੂ ਦੇ ਨਾਲ ਜੋੜ ਦਿੰਦੇ ਹਨ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਹੀਂ ਜਾਏ। ਸਾਹਿਬ ਕਹਿਣ ਲੱਗੇ ਕਿ ਉਹਨਾਂ ਦਾ ਹਿਰਦਾ, ਉਹਨਾਂ ਦੀ ਹਿਰਦਾ ਰੂਪੀ ਸੇਜ ਜਿਹੜੀ ਹੈ ਨਾ, ਉਹ ਸੁੰਦਰ ਬਣ ਜਾਂਦੀ ਹੈ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ ਤੇ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਵਿੱਚ ਕਿਤੇ ਥਾਂ ਨਹੀਂ ਰਹਿੰਦੀ। ਸਾਹਿਬ ਕਹਿਣ ਲੱਗੇ, ਇਸ ਪੁਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਵੱਡਿਆਂ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ, ਜਿਹੜੀ ਜਿਹੜੀ ਮੰਗਦੀ ਪਈ ਸੀ ਕਿ ਮੇਰੇ ਮਾਲਕ ਜੀ ਮੈਨੂੰ ਆਨੰਦ ਕਿਵੇਂ ਮਿਲੇ, ਮੈਨੂੰ ਆਨੰਦ ਕਿਵੇਂ ਮਿਲੇ। ਉਹਨੂੰ ਹਾਰੀ ਰਾਏ ਵਾਹਿਗੁਰੂ ਪਰਮਾਤਮਾ ਮਿਲ ਗਿਆ ਤੇ ਅੱਜ ਉਹ ਸੰਗਤ ਨੂੰ ਮਿਲ ਕੇ ਕਹਿੰਦੀ ਹੈ ਕਿ ਭੈਣੋ, ਜਿਹੜੀ ਮੈਂ ਕਿਰਤ ਕਰਮ ਕਰਕੇ ਵਿਛੜੀ ਹੋਈ ਸੀ ਨਾ, ਹੁਣ ਆਓ। ਤੇ ਫਿਰ ਅੱਗੇ ਕਹਿੰਦੀ ਹੈ, ਮਿਲ ਸਈਆ ਮੰਗਲ ਗਾਵਈ, ਗੀਤ ਗੋਬਿੰਦ ਅਲਾਏ। ਸਈਆ ਦਾ ਅਰਥ ਹੈ ਗੁਰਮੁਖ ਜਨ, ਜਪਣ ਵਾਲੀਆਂ ਸਖੀਆਂ। ਆਓ ਸਖੀਓ, ਉਸ ਗੋਬਿੰਦ ਦੇ ਗੀਤ ਗਾਈਏ, ਉਸ ਦੀ ਸਿਫਤ ਸਲਾਹ ਦੇ ਗੀਤ ਅਲਾਪ ਕੇ ਆਤਮਿਕ ਆਨੰਦ ਪੈਦਾ ਕਰੀਏ। ਉਸ ਗੋਬਿੰਦ ਦੇ ਗੀਤ ਗਾਈਏ ਜਿਸ ਨੇ ਮੇਰੇ ਅੰਦਰ ਨੂੰ ਆਨੰਦ ਦਿੱਤਾ। ਹਰ ਜਿਹਾ ਅਵਰ ਨਾ ਦਿਸਈ, ਤੇਰੇ ਵਰਗਾ ਹੈ ਹਰੀ ਹੋਰ ਕੋਈ ਵੀ ਨਹੀਂ ਦਿਸਦਾ। ਕੋਈ ਦੂਜਾ ਲਵੇ ਨਾ ਲਾਏ, ਕੋਈ ਤੇਰੇ ਵਰਗਾ ਹੋਵੇ ਜਿਹੜਾ ਰਹਿਮਤ ਕਰੇ। ਤੇਰੇ ਵਰਗਾ ਤੂੰ ਹੀ ਹੈ। ਹਲਤ ਪਲਤ ਸਵਾਰਿਨ, ਲੋਕ ਤੇ ਪਰਲੋਕ ਸਵਾਰ ਦਿੱਤਾ। ਨਿਹਚਲ ਦਿੱਤੀਆਂ ਜਾਏ, ਹੁਣ ਉਹ ਥਾਂ ਦੇ ਦਿੱਤੀ ਜਿਹੜੀ ਲੋੜ ਸੀ, ਜਿਹੜੀ ਲੋੜ ਹੈ। ਹੁਣ ਅੱਗੇ ਸਤਿਗੁਰੂ ਕਹਿਣ ਲੱਗੇ, ਸੰਸਾਰ ਸਾਗਰ ਤੇ ਰੱਖਿਅਨ। ਸੰਸਾਰ ਸਮੁੰਦਰ ਚੋਂ ਹੱਥ ਦੇ ਕੇ ਰੱਖ ਲਿਆ। ਸੰਸਾਰ ਸਮੁੰਦਰ ਤੋਂ ਹੱਥ ਦੇ ਕੇ ਰੱਖ ਲਿਆ। ਬੌੜ ਨਾ ਜਨਮੈ ਤਾਏ, ਜਨਮ ਦੇ ਮਰਨ ਦੇ ਗੇੜ ਵਿੱਚੋਂ ਮੁੜ ਕੇ ਦੌੜ ਭੱਜ ਨਹੀਂ ਹੁੰਦੀ।
जन्म मरण जिहड़ा वो मुका दिता। जेवा एक अनेक गुण तेरे नानक चरनी पाए। हुण कहण लगे कि गुरु नानक साहब कहण लगे साडी जुबान एक है, एक जीभ है, परमात्मा दे अनेकां ही गुण हन। ਅਸੀਂ ਉਹਨਾਂ ਨੂੰ ਬਿਆਨ ਕਰਨ ਦੇ ਵਿੱਚ ਸਮਰਥ ਹਾਂ। ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ ਜਿਹੜੇ ਜੀਵ ਉਸ ਦੇ ਚਰਨੀ ਪੈਂਦੇ ਹਨ, ਉਸ ਦਾ ਆਸਰਾ ਤੱਕਦੇ ਹਨ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਫਲਗਣ ਨਿਤ ਸਲਾਈਐ ਜਿਸ ਨੂੰ ਤਿਲ ਨਾ ਤੁਮਾਏ। ਫੱਗਣ ਦਾ ਮਹੀਨਾ ਇਹਦੇ ਵਿੱਚ ਹੋਲੀਆਂ ਆਦਿਕ ਵੀ ਆਨੰਦ ਲੱਭਣ ਦੀ ਥਾਂ, ਹੋਲੀਆਂ ਆਦਿਕ ਵਿੱਚੋਂ ਆਨੰਦ ਲੱਭਣ ਦੀ ਥਾਂ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰਤਾ ਭਰ ਵੀ ਲਾਲਚ ਨਹੀਂ। ਇਸ ਵਿੱਚ ਸਾਡਾ ਹੀ ਭਲਾ ਹੈ। ਗੁਰੂ ਸਵਾਰੀ ਖਾਲਸਾ ਜੀ, ਇਹ ਫੱਗਣ ਦੇ ਮਹੀਨੇ ਦੀ ਕਥਾ ਸੀ ਜੋ ਸਤਿਗੁਰੂ ਨੇ ਕਿਰਪਾ ਕਰਕੇ ਤਰੁੱਠ ਕੇ ਦਾਸ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਜਿੰਨੀ ਕੁ ਸੋਝੀ ਬਖਸ਼ਿਸ਼ ਕੀਤੀ ਉਹ ਆਪ ਜੀ ਦੇ ਨਾਲ ਸਾਂਝੀ ਕਰ ਦਿੱਤੀ। ਸੋ ਗੁਰੂ ਸਵਾਰੇ ਖਾਲਸਾ ਜੀ ਸਮਰੱਥ ਸਤਿਗੁਰੂ ਦੇ ਕੋਲ ਇਹ ਆਨੰਦ, ਇਹ ਵਿਗਾਸ ਦੇਣ ਦੀ ਜੁਗਤ ਹੈ। ਇਹ ਸਮਰੱਥ ਸਤਿਗੁਰੂ ਹੱਸਣ ਪਹਿਨਣ ਖਾਣ ਤੋਂ ਵਰਤਦੇ ਨਹੀਂ, ਇਹ ਖੁਸ਼ੀ ਹੰਡਾਉਣ ਤੋਂ ਨਹੀਂ ਰੋਕਦੇ, ਪਰ ਫਿਰ ਵੀ ਇਹ ਸਾਨੂੰ ਤ੍ਰਿਸ਼ਨਾ ਮੁਕਤ ਕਰਕੇ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ। ਸੋ ਇਸ ਲਈ ਗੁਰੂ ਸਵਾਰੇ ਖਾਲਸਾ ਜੀ, ਆਪਾਂ ਫੱਗਣ ਦੇ ਮਹੀਨੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪ ਕੇ ਉਸ ਪੂਰੇ ਪਰਮਾਤਮਾ ਦੀ ਪ੍ਰਾਪਤੀ ਕਰ ਲਈਏ, ਆਪਣੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਕਰ ਲਈਏ ਜੀ। ਗੁਰੂ ਸਵਾਰੇ ਖਾਲਸਾ ਜੀ ਦਾਸ ਕੋਲੋਂ ਕਥਾ ਵਿਚਾਰਾਂ ਕਰਦਿਆਂ ਹੋਇਆਂ, ਫਲਗਣ ਦੇ ਮਹੀਨੇ ਦਾ ਪਾਠ ਕਰਦਿਆਂ ਹੋਇਆਂ ਜੇ ਕੋਈ ਗਲਤੀ ਹੋ ਗਈ ਹੈ, ਦਾਸ ਜਾਣਦਾ ਹੈ ਕਿ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ। ਕਿਰਪਾ ਕਰਕੇ ਭੁੱਲਣਹਾਰ ਅਤੇ ਗੁਨਾਹ ਹੀ ਬੱਚਾ ਸਮਝ ਕੇ, ਅਣਜਾਣ ਸਮਝ ਕੇ ਮਾफ़ ਕਰ ਦੇਣਾ, ਅੱਗੇ ਤੋਂ ਕਿਰਪਾ ਕਰਨਾ, ਮਿਹਰ ਕਰਨਾ। ਸੋ ਗੁਰੂ ਸਵਾਰੇ ਖਾਲਸਾ ਜੀ ਹੁਣ ਇੱਥੇ ਹੀ ਦਾਸ ਖੇਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।